सुरा सो पहचानिया जो लरै दीन के हेत पुरजा पुरजा कट मरै कबहू न छाड़ै खेत जो तो प्रेम खिलन का चाओ सिर धर तली गली मेरी आओ इत मार्ग पैर तरीजै सिर दीजै कान ना कीजै मरण मुनसा सूर्या हक है जे होए मरण परवानो सूरे से आगह आखिए दरगह पावहे साची मानो। परम सम्मान योग जुगो जुग अटल तख्त चौर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी के अंदर गुरुद्वारा बाबा मक्खन शाह जी लुबाना विखे आप घबरावां दी समूह संगत वालों और विदेश दे विच अमेरिका की धरती ते बैठे इस नगर के गुरमुख प्यारिया वालों सांझे उपराले के सदका अज का जो इतिहासिक दिहाड़ा है साका ननकाना साहिब जी को समर्पित हो करके ये अज संध्या के विशेष दीवान जिहड़े हन वो प्रारंभ हुए हैं। सतगुरां दी पावन हजूरी अंदर सोदर रहरास का पाठ होया। आप संगत सतगुरु महाराज जी की पावन हजूरी विच जुड़ के बैठे हो। आओ उन्हां महान शहीदां नूं याद करदियां होया उन्हां दी शहादत नूं अज आपां सिजदा करिए और सच्चे पातशाह महाराज जी के चरणों दे विच अरदास करिए कि साडा भी सिदक साडी सिੱਖੀ जिहड़ी है वो भी केसां ते सवासां संग निभ जाए। भावें इस साके नूं वरतिया होया 102 साल हो चुके हैं। 21 फरवरी सन 1921 नूं ये साका जिहड़ा सी ये वापरिया, पर असी इस इतिहास नूं भावें रोज नाम ही पढ़ते होइए, पर जिथे भी सिख सतगुरु महाराज जी के चरणों में जो खलो के अरदास करता है ते इन्हां महान शहीदां की याद अपने आप ही जिहड़ी है वो हिरदे विच आ जाती है। सतगुरु महाराज बख्शिश करन गुरमत विचारां की सांझ कर सकिए। आप संगत आसीस बख्शो, मन बिरतियां एकाग्र करो, अदब प्यार सत्कार सहित आओ। जितने आप गुरु प्यार वाले महाराज की हजूरी में जुड़ के बैठे हो, सतगुरु महाराज जी के चरणों में झुकाओ शीस, अदब प्यार सत्कार सहित फतेह प्रवान करो जी। वाहिगुरु जी का खालसा, वाहिगुरु जी की फतेह। जिस साके की असी अज गल कर लगे साका शब्द जिहड़ा है ये सतगुरु गुरु गोबिंद सिंह महाराज जी ने अपनी
ਰਚਨਾ ਦੇ ਵਿੱਚ ਵੀ ਵਰਤਿਆ ਹੈ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਗਿਆ ਪਰ ਸਿਰ ਨਾ ਗਿਆ। ਅਸੀਂ ਸ਼ਹਾਦਤ ਦੇ ਇਹਨਾਂ ਦਿਨਾਂ ਨੂੰ ਸਾਕੇ ਦੇ ਤੌਰ ਤੇ ਵੀ ਵਰਤਿਆ, ਜਾਂ ਸਿੱਖੀ ਦੇ ਵਿੱਚ ਜਦੋਂ ਗੁਰਧਾਮਾਂ ਦੇ ਉੱਪਰ ਹਮਲੇ ਹੋਏ ਤੇ ਉਹਨਾਂ ਨੂੰ ਘੱਲੂਘਾਰਾ ਵੀ ਕਿਹਾ ਗਿਆ। ਪਰ ਕਈ ਵਾਰੀ ਜਿਹੜਾ ਹੈ ਸਿੱਖਾਂ ਦੇ ਉੱਤੇ ਹਮਲੇ ਹੋਏ ਤੇ ਸਿੱਖਾਂ ਨੇ ਉਸ ਨੂੰ ਸਿੱਖ ਨਸਲਕੁਸ਼ੀ ਦਾ ਨਾਮ ਵੀ ਦਿੱਤਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਦੀ, ਉਹਨਾਂ ਦੇ ਪ੍ਰਗਟ ਹੋਣ ਦੀ ਜੇਕਰ ਗੱਲ ਕਰੋ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ ਹੈ। ਰਾਏ ਭੋਏ ਰਾਏ ਬੁਲਾਰ ਦੇ ਪਿਤਾ ਦਾ ਨਾਮ ਹੈ ਤੇ ਰਾਏ ਬੁਲਾਰ ਨੇ ਆਪਣੇ ਪਿਤਾ ਦੇ ਨਾਮ ਤੇ ਉਹ ਲੰਗਰ ਵਸਾਇਆ ਹੈ। ਪਰ ਜਿਸ ਦਿਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਧਰਤੀ ਦੇ ਉੱਤੇ ਪ੍ਰਗਟ ਹੋਏ, ਇਹਦੀ ਸ਼ਰਧਾ ਰਾਏ ਬੁਲਾਰ ਦੀ ਇਤਨੀ ਬਣੀ, ਇਹਨੇ ਆਪਣੇ ਪਿਤਾ ਦੇ ਨਾਮ ਤੇ ਜਿਹੜਾ ਲੰਗਰ ਵਸਾਇਆ ਉਹਦਾ ਨਾਮ ਬਦਲ ਕੇ ਨਨਕਾਣਾ ਰੱਖ ਦਿੱਤਾ, ਜਿਹਦਾ ਅਰਥ ਸੀ ਨਾਨਕ ਆਣਾ। ਨਾਨਕ ਆਣੇ ਤੋਂ ਭਾਵ ਸੀ ਕਿ ਇੱਥੇ ਸਤਿਗੁਰੂ ਮਹਾਰਾਜ ਪ੍ਰਗਟ ਹੋਏ ਹਨ, ਨਾਨਕ ਆਇਆ ਹੈ। ਜੋ ਅਸਥਾਨ ਮਹਾਰਾਜ ਜੀ ਦਾ ਹੈ ਉਹਦਾ ਨਾਮ ਨਨਕਾਣਾ ਸਾਹਿਬ ਨਹੀਂ, ਉਸ ਨਗਰ ਦਾ ਨਾਮ ਨਨਕਾਣਾ ਹੈ। ਉਸ ਅਸਥਾਨ ਦਾ ਨਾਮ ਹੈ ਜਨਮ ਅਸਥਾਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਗੁਰਦੁਆਰਾ ਜਨਮ ਅਸਥਾਨ, ਜਿੱਥੇ ਮਹਾਰਾਜ ਜੀ ਪ੍ਰਗਟ ਹੋਏ। ਦਾ ਸ਼ਬਦ ਚਲੋ ਜਨਮ ਵਰਤੀਏ ਅਸੀਂ, ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਸ ਜਗ੍ਹਾ ਦੇ ਉੱਤੇ ਪ੍ਰਗਟ ਹੁੰਦੇ ਨੇ, ਆਗਮਨ ਹੁੰਦਾ ਹੈ, ਜਾਂ ਸਤਿਗੁਰੂ ਮਹਾਰਾਜ ਜੀ ਦੇ ਸਰੀਰਕ ਜਿਹੜਾ ਜੀਵਨ ਦੀ ਆਰੰਭਤਾ ਜਿਸ ਜਗ੍ਹਾ ਤੋਂ ਹੈ, ਉਸੇ ਹੀ ਅਸਥਾਨ ਤੋਂ ਸਿੱਖੀ ਦੀ ਵੀ ਆਰੰਭਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸਿੱਖੀ ਦੇ ਰਹਿਬਰ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਸਿੱਖੀ ਦੀ ਆਰੰਭਤਾ ਹੈ। ਜਿੱਦਣ ਗੁਰੂ ਨਾਨਕ ਦਾ ਆਗਮਨ ਹੈ ਉਦੋਂ ਸਿੱਖੀ ਦੀ ਆਰੰਭਤਾ ਹੈ। ਜਾਂ ਇਸ ਤਰ੍ਹਾਂ ਹੁਣ ਆਖੋ ਕਿ ਗੁੱਲਾ ਕੱਲਾ ਜਿਹੜਾ ਹੈ ਉਹ ਜਨਮ ਅਸਥਾਨ ਗੁਰੂ ਨਾਨਕ ਦਾ ਨਹੀਂ, ਉਹ ਸਿੱਖੀ ਦਾ ਵੀ ਜਨਮ ਅਸਥਾਨ ਹੈ। ਸਾਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਉੱਥੇ ਅਵਤਾਰ ਧਾਰਨ ਕੀਤਾ, ਉਸ ਅਸਥਾਨ ਦੇ ਉੱਪਰ ਸਮਾਂ ਚਲੋ ਜਦੋਂ ਵੀ ਬਦਲਿਆ, ਬਹੁਤ ਸਮਾਂ ਇਸ ਤਰ੍ਹਾਂ ਦੇ ਸਿੱਖੀ ਦੇ ਵਿੱਚ ਆਏ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਤੋਂ ਬਾਅਦ ਸਿੱਖਾਂ ਨੇ ਬਹੁਤ ਔਖਾ ਸਮਾਂ ਹੰਢਾਇਆ। ਇੱਥੋਂ ਤੱਕ ਕਿ ਮੁਗਲਾਂ ਦੇ ਸਮੇਂ ਦੇ ਵਿੱਚ ਸਿੱਖਾਂ ਨੂੰ 18 ਵੱਖ-ਵੱਖ ਤਰੀਕਿਆਂ ਦੇ ਨਾਲ ਸਜ਼ਾਵਾਂ ਦਿੱਤੀਆਂ ਜਾਂਦੀਆਂ, ਤਸੀਹੇ ਦਿੱਤੇ ਜਾਂਦੇ, ਜਿਨ੍ਹਾਂ ਵਿੱਚ ਜਿਵੇਂ ਇਸ ਤਰ੍ਹਾਂ ਸਰੀਰ ਨੂੰ ਦੋ ਹਾਥੀਆਂ ਨਾਲ ਬੰਨ੍ਹ ਦੇਣਾ ਤੇ ਉਹ ਹਾਥੀ ਤੋੜਦੇ ਨੇ ਤੇ ਸਰੀਰ ਦੇ ਦੋ ਫਾੜ ਕਰ ਦੇਣਾ, ਸਿੱਖਾਂ ਨੂੰ ਪਾਣੀ ਦੇ ਵਿੱਚ ਡੋਬ ਕੇ ਮਾਰਨਾ, ਸਿੱਖਾਂ ਦੀਆਂ ਖੋਪੜੀਆਂ ਲਾ ਦੇਣੀਆਂ, ਸਿੱਖਾਂ ਦੇ ਬੰਦ ਕੱਟ ਦੇਣੇ, ਸਿੱਖਾਂ ਦੇ ਸਰੀਰ ਦੀ ਚਮੜੀ ਨੂੰ ਪੁੱਠਿਆਂ ਕਰਕੇ ਲਾ ਦੇਣਾ। ਇੱਥੋਂ ਤੱਕ ਕਿ ਸਿੱਖਾਂ ਨੂੰ ਚਰਖੜੀਆਂ ਦੇ ਉੱਤੇ ਵੀ ਚੜਾਇਆ ਗਿਆ, ਸਿੱਖਾਂ ਨੂੰ ਦੇਗਾਂ ਦੇ ਵਿੱਚ ਵੀ ਉਬਾਲਿਆ ਗਿਆ, ਸਤਿਗੁਰੂ ਮਹਾਰਾਜ ਨੂੰ ਵੀ ਜਿਵੇਂ ਤੱਤੀ ਤਵੀ ਤੇ ਬਿਠਾ ਕੇ ਗਰਮ ਰੇਤ ਪਾਇਆ ਗਿਆ। ਇਸ ਤਰ੍ਹਾਂ ਕਰਕੇ 18 ਤਰੀਕੇ ਸਨ ਤਸੀਹੇ ਦੇਣ ਦੇ, ਤੇ ਇਹ 18 ਦੇ 18 ਤਰੀਕੇ ਜਿਹੜੇ ਸਨ ਇਹ ਸਿੱਖਾਂ ਦੇ ਉੱਤੇ ਵਰਤੇ ਗਏ ਨੇ। ਸਿੱਖਾਂ ਨੇ ਸਮਾਂ ਹੰਢਾਇਆ, ਸਿੱਖਾਂ ਦੇ ਉੱਤੇ ਉਹ ਵੀ ਸਮਾਂ ਆਇਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਿਆ ਕਰਦੇ ਸਨ। ਸਿੱਖ ਦਾ ਸਿਰ ਕਿਸੇ ਨੇ ਲੈ ਕੇ ਜਾਣਾ ਤੇ ਉਹਦਾ 80 ਰੁਪਏ 100 ਰੁਪਇਆ ਮੁੱਲ ਪੈਣਾ। ਸਿੱਖਾਂ ਨੇ ਜਿਹੜਾ ਸੀ ਉਹਨਾਂ ਨੇ ਨਗਰਾਂ ਨੂੰ ਛੱਡਿਆ, ਜੰਗਲ ਵੇਲਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਟਿਕਾਣੇ ਕੀਤੇ, ਦਰਖਤਾਂ ਦੀਆਂ ਜਿਹੜੀਆਂ ਸੀ ਟਾਹਣੀਆਂ ਦੇ ਉੱਪਰ ਉਹਨਾਂ ਨੇ ਸੁੱਤੇ। ਉਹਨਾਂ ਨੇ ਆਪਣੇ ਸੌਣ ਦਾ ਤੇ ਰਹਿਣ ਦਾ ਜਿਹੜਾ ਥਾਂ ਸੀ ਉਹ ਘੋੜਿਆਂ ਦੀਆਂ ਕਾਠੀਆਂ ਬਣਾ ਲਈਆਂ, ਤਨ ਦੇ ਉੱਤੇ ਕੱਪੜਾ ਨਾ ਰਿਹਾ। ਪਰ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਕਿ ਭਾਵੇਂ ਸਿੱਖਾਂ ਦੇ ਉੱਤੇ ਅੱਤ ਦੇ ਮਾੜੇ ਦਿਨ ਰਹੇ, ਪਰ ਸਿੱਖ ਗੁਰੂ ਤੋਂ ਕਦੀ ਵੀ ਮਨ ਕਰਕੇ ਦੂਰ ਨਹੀਂ ਹੋਏ। ਬਾਕੀ ਸਤਿਗੁਰੂ ਮਹਾਰਾਜ ਜੀ ਦੇ ਅਸਥਾਨ ਸਨ, ਉਹਨਾਂ ਅਸਥਾਨਾਂ ਦੀ ਸੇਵਾ ਜਿਹੜੀ ਸੀ ਉਹ ਉਦਾਸੀਆਂ ਤੇ ਨਿਰਮਲੇ ਸਾਧੂਆਂ ਨੇ ਕੀਤੀ। ਇਹਨਾਂ ਦਾ ਵੇਸ਼ ਭੂਸ਼ਾ ਵਿਦਵਾਨ ਸੱਜਣ ਆਖਦੇ ਨੇ ਕਿ ਸਿਰ ਦੇ ਉੱਤੇ ਕੇਸ ਨਾ ਹੋਣੇ, ਚਿਹਰੇ ਤੇ ਦਾੜੀ ਨਾ ਹੋਣੀ, ਵੇਖਣ ਨੂੰ ਸਰੂਪ ਹਿੰਦੂਆਂ ਵਰਗਾ ਲੱਗਣਾ, ਪਰ ਇਹਨਾਂ ਦੇ ਅੰਦਰ ਸਿੱਖੀ ਦਾ ਜਜ਼ਬਾ ਸੀ। ਇਹ ਮਹੰਤ ਜਿਹੜੇ ਸਨ, ਉਦਾਸੀ ਸਾਧੂ ਜਿਹੜੇ ਸਨ, ਇਹਨਾਂ ਨੇ ਗੁਰਧਾਮਾਂ ਦੀ ਬਹੁਤ ਸੇਵਾ ਕੀਤੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੀੜਾਂ ਵੀ ਲਿਖੀਆਂ,
ਬੀੜਾ ਲਿਖ ਕਰਕੇ ਥਾਂ ਥਾਂ ਇਹਨਾਂ ਨੇ ਪਹੁੰਚਾਉਣੀਆਂ ਸ਼ੁਰੂ ਕੀਤੀਆਂ। ਭਾਵ ਕਿ ਸਿੱਖੀ ਦੇ ਪ੍ਰਚਾਰ ਦੇ ਵਿੱਚ ਉਦਾਸੀ ਮਹੰਤਾਂ ਨੇ ਜਿਹੜਾ ਸੀ ਉਹ ਬਹੁਤ ਸਾਰਾ ਯੋਗਦਾਨ ਵੀ ਪਾਇਆ ਹੈ। ਪਰ ਇੱਕ ਗੱਲ, ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਹੈ ਤੇ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨਨਕਾਣਾ ਸਾਹਿਬ ਤੋਂ ਇਲਾਵਾ ਜਿੰਨੇ ਵੀ ਇਤਿਹਾਸਕ ਅਸਥਾਨ ਸਨ ਉਹਨਾਂ ਦੇ ਨਾਮ ਬਹੁਤ ਵੱਡੀਆਂ ਜਾਇਦਾਦਾਂ ਲੱਗੀਆਂ। ਵਿਦਵਾਨ ਸੱਜਣ ਆਖਦੇ ਨੇ ਜਿਸ ਦਿਨ ਅੱਜ ਦਾ ਜਿਹੜਾ ਦਿਹਾੜਾ ਮਨਾਉਂਦੇ ਪਏ ਆ, ਇਸ ਦਿਨ ਜਿੱਦਣ ਸਾਕਾ ਵਰਤਦਾ ਏ ਉਸ ਦਿਨ ਨਨਕਾਣਾ ਸਾਹਿਬ ਦੀ ਸਾਲਾਨਾ ਆਮਦਨ 4 ਲੱਖ ਰੁਪਇਆ ਹੁੰਦੀ ਸੀ। ਦੇਖੋ ਅੱਜ ਤੋਂ 102 ਸਾਲ ਪਹਿਲਾਂ ਸਾਕਾ ਵਰਤਿਆ ਤੇ ਸਾਲਾਨਾ ਆਮਦਨ ਉਸ ਵੇਲੇ 4 ਲੱਖ। ਤੇ ਜਿਹੜਾ ਉੱਥੋਂ ਦਾ ਪੁਜਾਰੀ ਸੀ, ਜਦੋਂ ਆਮਦਨ ਜ਼ਿਆਦੀ ਹੋਵੇ ਤੇ ਗੁਰੂ ਦਾ ਡਰ ਪੈ ਕੋਈ ਨਾ ਹੋਵੇ ਤੇ ਪੁੱਛਣ ਵਾਲਾ ਕੋਈ ਨਾ, ਫਿਰ ਮਨ ਦੇ ਵਿੱਚ ਜਿਹੜੀ ਬੇਈਮਾਨੀ ਸੁਭਾਵਿਕ ਦੀ ਗੱਲ ਹੋ ਜਾਂਦੀ ਹੈ। ਸਿੱਖਾਂ ਦੇ ਵਿੱਚ ਰੋਸ ਦਾ ਕਾਰਨ ਕੀ ਬਣਦਾ ਹੈ? ਇਹ ਸਾਕਿਆਂ ਦੀ ਆਰੰਭਤਾ ਜਿਹੜੀ ਹੈ ਇਹ ਥੋੜਾ ਜਿਹਾ ਸਮਾਂ ਪਿੱਛੋਂ ਸ਼ੁਰੂ ਹੁੰਦੀ ਹੈ। ਸਿੰਘ ਸਭਾ ਲਹਿਰ ਚੱਲੀ, ਉਹਨਾਂ ਨੇ ਦੇਖਿਆ ਕਿ ਸਮਾਜ ਦੇ ਵਿੱਚ ਕੁਰੀਤੀਆਂ ਆਈਆਂ, ਲੋਕਾਂ ਨੂੰ ਜਾਗਰੂਕ ਕੀਤਾ। ਇਸੇ ਸਮੇਂ ਦੇ ਦੌਰਾਨ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਈ ਗਈ ਕਿ ਅਸੈਂਬਲੀ ਦੇ ਨਾਲ ਲੱਗਦੀ ਹੈ। ਸਿੱਖਾਂ ਨੇ ਜਿਹੜਾ ਸੀ ਉਹਦੇ ਵਾਸਤੇ ਧਰਨਾ ਲਾ ਦਿੱਤਾ, ਪ੍ਰੋਟੈਸਟ ਕੀਤਾ। ਉਸ ਧਰਨੇ ਦੇ ਵਿੱਚ ਭਾਵੇਂ ਸ਼ਹਾਦਤ ਨਹੀਂ ਹੋਈ ਪਰ ਸਿੱਖਾਂ ਦੀ ਜਿੱਤ ਹੋਈ। ਕੰਧ ਦੁਬਾਰਾ ਮਹਾਰਾਜਾ ਪਟਿਆਲਾ ਨਾਭਾ ਦੇ ਵਿੱਚ ਪੈ ਕਰਕੇ ਉਹ ਦੁਬਾਰਾ ਕੰਧ ਬਣਵਾਈ। ਉਸ ਤੋਂ ਬਾਅਦ ਵਿੱਚ ਸਿੱਖਾਂ ਨੇ ਗੁਰਦੁਆਰਾ ਬਾਬੇ ਕੀ ਬੇਰ, ਸਿਆਲਕੋਟ, ਉਹਦਾ ਪ੍ਰਬੰਧ ਜਿਹੜਾ ਸੀ ਉਹ ਵੀ ਆਪਣੇ ਹੱਥਾਂ ਦੇ ਵਿੱਚ ਲਿਆ। ਇਹ ਸਮਾਂ ਜਦੋਂ ਲੰਘਦਾ ਤੇ ਸਿੱਖਾਂ ਨੂੰ ਬੜੀਆਂ ਐਸੀਆਂ ਖਬਰਾਂ ਮਿਲੀਆਂ ਕਿ ਸਿੱਖ ਜਿਹੜੇ ਨੇ ਉਹ ਜਦੋਂ ਗੁਰਧਾਮਾਂ ਦੇ ਵਿੱਚ ਜਾਂਦੇ ਨੇ ਤੇ ਉੱਥੇ ਸਿੱਖਾਂ ਦੇ ਨਾਲ ਬੜੇ ਦੁਰਵਿਹਾਰ ਕੀਤੇ ਜਾਂਦੇ ਆ। ਇੱਕ ਘਟਨਾ ਵਾਪਰਦੀ ਹੈ, ਜਦੋਂ ਤੁਸੀਂ ਤਰਨਤਾਰਨ ਸਾਹਿਬ ਜਾਂਦੇ ਹੋ ਤੇ ਜਿਹੜਾ ਤਰਨਤਾਰਨ ਸਾਹਿਬ ਦਾ ਦਰਬਾਰ ਸਾਹਿਬ ਹੈ, ਇੱਥੋਂ ਦਾ ਮਹੰਤ ਜਿਹੜਾ ਸੀ ਉਹਨੇ ਗੁੰਡੇ ਪਾਲੇ ਹੋਏ ਸਨ ਔਰ ਪਰਿਕਰਮਾ ਦੇ ਵਿੱਚ ਸ਼ਰਾਬ ਦੀਆਂ ਭੱਠੀਆਂ ਲੱਗਣੀਆਂ। ਲੋਕਾਂ ਨੇ ਜਦੋਂ ਮੱਸਿਆ ਦੇ ਉੱਤੇ ਆਉਣਾ ਤੇ ਜਿਹੜੇ ਗੁੰਡੇ ਬਦਮਾਸ਼ ਉਹਨਾਂ ਨੇ ਮੋਢਿਆਂ ਤੇ ਡਾਂਗਾ ਰੱਖੀਆਂ ਹੋਣੀਆਂ। ਜਦੋਂ ਬੀਬੀਆਂ ਨੇ ਪਰਿਕਰਮਾ ਕਰਨੀ ਤੇ ਉਹਨਾਂ ਨੂੰ ਢੀਮਾਂ ਮਾਰਨੀਆਂ, ਉਹਨਾਂ ਨੂੰ ਰੋੜੇ ਮਾਰਨੇ, ਉਹਨਾਂ ਦੀ ਵਿਪੱਤੀ ਕਰਨੀ। ਇਸੇ ਸਮੇਂ ਦੇ ਦੌਰਾਨ ਇੱਕ ਛੋਟੀ ਜਿਹੀ ਬੱਚੀ ਜਿੰਦੀ ਉਮਰ ਕੋਈ 10-12 ਸਾਲ ਵਿਦਵਾਨ ਆਖਦੇ ਨੇ ਤੇ 3-4 ਸਾਲ ਦਾ ਉਹਦਾ ਨਾਲ ਭਰਾ, ਉਹ ਪਰਿਕਰਮਾ ਕਰਦੀ ਪਈ ਹੈ ਤੇ ਇਹ ਮਹੰਤ ਤਰਨਤਾਰਨ ਦਾ ਜਿਹੜਾ ਹੈ ਇਹਦਾ ਨਾਮ ਸੰਤੋਖ ਦਾਸ ਵਿਦਵਾਨ ਲਿਖਦੇ ਆ। ਕਹਿੰਦੇ ਇਹਦੇ ਗੁੰਡਿਆਂ ਨੇ ਉਸ ਬੱਚਾ ਛੋਟਾ ਜਿਹੜਾ 3-4 ਸਾਲ ਦਾ ਬੱਚਾ ਸੀ ਉਹਨੂੰ ਪੱਥਰ ਦੇ ਨਾਲ ਬੰਨ੍ਹ ਕੇ ਤੇ ਉਹਨੂੰ ਸਰੋਵਰ ਵਿੱਚ ਡੋਬ ਕੇ ਮਾਰ ਦਿੱਤਾ। ਉਸ 10 ਸਾਲ ਦੀ ਬੱਚੀ ਦੀ ਪੱਤ ਲੁੱਟੀ ਗਈ। ਇਹ ਗੱਲਾਂ ਜਦੋਂ ਸਿੱਖਾਂ ਤੱਕ ਪਹੁੰਚੀਆਂ ਤੇ ਅੰਮ੍ਰਿਤਸਰ ਤੋਂ ਅਕਾਲੀਆਂ ਦਾ ਦਸਤਾ ਜਿਹੜਾ ਸੀ, ਉਹਨਾਂ ਦੇ 40 ਸਿੰਘ ਜਿਨ੍ਹਾਂ ਦੇ ਵਿੱਚ ਭਾਈ ਹੁਕਮ ਸਿੰਘ ਤੇ ਭਾਈ ਹਜ਼ਾਰਾ ਸਿੰਘ ਇਹ ਜਥੇ ਦੇ ਵਿੱਚ ਆਉਂਦੇ ਆ। ਇਹਨਾਂ ਨੇ ਆਏ ਮਹੰਤਾਂ ਨੇ ਉੱਤੋਂ ਉਹਦੇ ਗੁੰਡਿਆਂ ਨੇ ਉਹਦੇ ਬੰਦਿਆਂ ਨੇ ਉੱਟਾ ਪੱਥਰ ਮਾਰੇ। ਇਹ ਅੰਦਰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਬੈਠ ਗਏ, ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਹਨਾਂ ਅੱਗੋਂ ਨਾ ਤੇ ਆਵਾਜ਼ ਦਿੱਤੀ, ਨਾ ਕੋਈ ਗਾਲੀ ਗਲੋਚ ਕੀਤਾ, ਨਾ ਅੱਗੋਂ ਝਗੜਾ ਕੀਤਾ, ਬਸ ਬਾਣੀ ਪੜ੍ਹਦੇ ਰਹੇ। ਇਸ ਨਾਲ ਬਾਣੀ ਪੜ੍ਹਦਿਆਂ ਹੋਇਆ ਸਿੱਖਾਂ ਦੇ ਉੱਤੇ ਇਹਨਾਂ ਗੁੰਡਿਆਂ ਨੇ ਹਮਲਾ ਕੀਤਾ ਤਲਵਾਰਾਂ ਦੇ ਨਾਲ। ਭਾਈ ਹੁਕਮ ਸਿੰਘ, ਭਾਈ ਹਜ਼ਾਰਾ ਸਿੰਘ ਇਸ ਹਮਲੇ ਦੇ ਵਿੱਚ ਸ਼ਹੀਦ ਹੋਏ। ਪਰ ਇਹ ਸਿੱਖਾਂ ਦੇ ਵਿੱਚ ਜਦੋਂ ਰੋਸ ਪੈਦਾ ਹੋਇਆ, ਉਹਨਾਂ ਨੇ ਕਬਜ਼ਾ ਲਿਆ ਇਸ ਸਥਾਨ ਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਤਰਨਤਾਰਨ ਜਿਹੜਾ ਸੀ ਸਿੱਖਾਂ ਨੇ ਆਜ਼ਾਦ ਕਰਾਇਆ। ਵਸਾਊ ਕੋਟ ਦੇ ਰਹਿਣ ਵਾਲੇ ਭਾਈ ਹੁਕਮ ਸਿੰਘ ਤੇ ਭਾਈ ਹਜ਼ਾਰਾ ਸਿੰਘ, ਇਹਨਾਂ ਦਾ ਸੰਸਕਾਰ ਫਿਰ ਅੱਲਾਦੀਨਪੁਰ ਕੀਤਾ ਗਿਆ। ਭਾਈ ਹਜ਼ਾਰਾ ਸਿੰਘ ਦੀ ਮਾਤਾ ਆਈ, ਬਜ਼ੁਰਗ ਸੀ ਤੇ ਕੱਲਾ ਪੁੱਤ ਸੀ ਭਾਈ ਹਜ਼ਾਰਾ ਸਿੰਘ। ਉਹ ਲੋਕ ਸੋਚਦੇ ਸੀ ਅਸੀਂ ਇਹ ਬਜ਼ੁਰਗ ਮਾਂ ਨੂੰ ਕਿਵੇਂ ਦੱਸੀਏ ਕਿ ਤੇਰਾ ਪੁੱਤ ਸ਼ਹਾਦਤ ਦਾ ਜਾਮ ਪੀ ਗਿਆ। ਪਰ ਉਸ ਮਾਤਾ ਨੂੰ ਕਿਸੇ ਨੇ ਦੱਸ ਦਿੱਤਾ। ਉਹ ਮਾਤਾ ਲੋਕਾਂ ਦੇ ਭੀੜ ਨੂੰ ਚੀਰਦਿਆਂ ਪਾਸੇ ਕਰਦਿਆਂ ਹੱਥ ਦੇ ਵਿੱਚ ਡੰਡੇ ਨਾਲ ਤੁਰਦੀ ਹੋਈ ਜਦੋਂ ਲਾਸ਼ਾਂ ਦੇ ਕੋਲ, ਚਿਖਾਂ ਦੇ ਕੋਲ ਆਈ, ਉਹਨੇ ਆਪਣੇ ਪੁੱਤ ਦਾ ਮੁਖ ਦੇਖਿਆ। ਮੁਖ ਦੇਖ ਕੇ ਆਪਣੇ ਪੁੱਤ ਦੇ ਮੂੰਹ ਨੂੰ ਚੁੰਮ ਕੇ ਆਖਦੀ, ਪੁੱਤ ਵੇ ਤੂੰ ਮੇਰੇ ਦੁੱਧ ਦਾ ਕਰਜ਼ ਪੂਰਾ ਕਰ ਦਿੱਤਾ, ਤੂੰ ਸਿੱਖੀ ਤੋਂ ਕੁਰਬਾਨ ਹੋਇਆ, ਇਹਦੇ ਵਾਸਤੇ ਖੁਸ਼ੀ ਦੀ ਗੱਲ ਹੋਰ ਕੋਈ ਨਹੀਂ ਮੇਰੇ ਲਈ। ਤਾਂ ਉਹ ਮਾਤਾ ਆਪਣੇ ਪੁੱਤਰ ਤੋਂ ਸਦਕੇ ਜਾਂਦੀ ਆ। ਜਿਸ ਦਿਨ ਭਾਈ ਹੁਕਮ ਸਿੰਘ ਤੇ ਭਾਈ ਹਜ਼ਾਰਾ ਸਿੰਘ ਇਹਨਾਂ ਦੀ ਅੰਤਮ ਅਰਦਾਸ ਹੈ, ਤਰਨਤਾਰਨ ਦਰਬਾਰ ਸਾਹਿਬ ਦੀਆਂ ਪਰਿਕਰਮਾ ਦੇ ਵਿੱਚ ਦੀਵਾਨ ਸਜਿਆ।
उस भरे हुए दीवान दे विच सरदार लक्ष्मण सिंह धारोवाल आप भी बड़े वधिया कीर्तनी ते बुलारे सन। इन्हां ने खड़े होके एक गल आखी, शरधा दे फुल भेंट करदियां कि धन गुरु अर्जन देव महाराज आप जी दे अस्थान ते होए कुकर्मां नूं सच्चे पातशाह महाराज सरदार भाई हुकम सिंह ते हजारा सिंह ने अपने खून दे नाल धोता है। संगत जी अरदास करियो कि गुरु नानक देव महाराज जी दा जन्म स्थान ਉਹ ਵੀ मैं इन्हां मसंदा तो इन्हां पापियां दे ਜਿਹੜੇ खून दे ਜਿਹੜੇ इन्हां ने उत्ते होलियां खेड़ियां, इन्हां ने कोई कर्म कीते ने। मैं चाहना वा कि मैं अपने खून दे नाल महाराज जी दे अस्थान नूं धो के ते आजाद करा देवां। भाई लक्ष्मण सिंह धारूवाल ने ये वचन उत्ते कहे और ये भी गल सच है कि धन गुरु नानक देव महाराज जी के अस्थान से भी महंत नारायण दास जिहड़ा अत दर्जे का ऐबी इंसान सी, उन्हें वेशवा दे नाल विआह करवाया। उनके घरे पुत्र होया। सन 1917 में पुत का विआह किया ते जिथे गुरु नानक का जन्म स्थान सी उत्थे कंजरियां दे नाच करवाए, वेशवा दे नाच होए। जिन्ना कड़ाहियां दे विच प्रसाद ते लंगर बनदा सी उहदे विच मीट ते शराबां चलियां। सिखां दे मन च रोस आया। एक दिन सिंध दा एक जज ਉਹ ਰਿਟਾਇਰਮੈਂਟ ਤੋਂ ਬਾਅਦ ਦੇ ਮਨ ਦੇ ਵਿੱਚ ਸੀ ਕਿ ਜਦੋਂ ਮੈਂ ਸੇਵਾ ਮੁਕਤ ਹੋਵਾਂ ਤੇ ਮੈਂ ਜਾ ਕੇ ਗੁਰੂ ਨਾਨਕ ਦਾ ਸ਼ੁਕਰਾਨਾ ਕਰਾਂਗਾ। ਤੇ ਸਤਿਗੁਰੂ ਮਹਾਰਾਜ ਤੁਸੀਂ ਕਿਰਪਾ ਕੀਤੀ, ਮੈਂ ਬੇਦਾਗ ਆਇਆ ਵਾਪਸ। ਇਹ ਆਪਣੇ ਪਰਿਵਾਰ ਦੇ ਨਾਲ ਆਇਆ। ਇਹਨੇ ਮੱਥਾ ਟੇਕਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜਨਮ ਸਥਾਨ ਤੇ ਸਤਿਗੁਰੂ ਮਹਾਰਾਜ ਦੇ ਚਰਨ ਪਰਸੇ। ਸ਼ਾਮਾਂ ਪੈ ਗਈਆਂ, ਹਨੇਰਾ ਹੋਇਆ। ਕਮਰਾ ਜਿਹੜਾ ਸੀ ਉਹਨਾਂ ਨੂੰ ਕਿਹਾ ਮਹੰਤਾਂ ਨੂੰ ਕਿ ਅਸੀਂ ਰਾਤ ਰੁਕਣਾ। ਉਹਨਾਂ ਨੇ ਕਮਰਾ ਦੇ ਦਿੱਤਾ। ਸਰਾਂ ਦੇ ਵਿੱਚ ਕਮਰਾ ਮਿਲਿਆ ਪਰ ਕਮਰੇ ਦੇ ਵਿੱਚ ਹਨੇਰਾ ਸੀ। ਉਹਨੇ ਜੱਜ ਨੇ ਜਿਹੜਾ ਸੀ ਬੇਨਤੀ ਕੀਤੀ, ਕਹਿਣ ਲੱਗੇ ਕੋਈ ਦੀਵਾ ਬੱਤੀ ਕਮਰੇ 'ਚ ਚਾਨਣ ਕਰਨ ਵਾਸਤੇ। ਉਹ ਕਹਿੰਦੇ ਦੀਵਾ ਬੱਤੀ ਤਾਂ ਇੱਥੇ ਨੁੱਕਰ 'ਚ ਪਿਆ ਹੋਵੇਗਾ ਤੇ ਕਿਸੇ ਬੱਚੇ ਨੂੰ ਭੇਜੋ, ਅਸੀਂ ਤੇਲ ਦੇ ਕੇ ਭੇਜ ਦਿੰਦੇ ਆ। ਉਹਦੀ 13 ਸਾਲ ਦੀ ਬੱਚੀ ਨੂੰ ਉਹਨਾਂ ਭੇਜਿਆ ਤੇ ਉਹ ਬੱਚੀ ਤੇਲ ਲੈਣ ਵਾਸਤੇ ਗਈ ਤੇ ਸੋਦਰ ਦਾ ਸਮਾਂ एक पासे गुरु नानक के दर के उत्ते रहरास होंदी रही, दूसरे पासे उस जज की 13 साल की बच्ची की पत लुटी गई। वो बच्ची वापस ना आई। मां प्यो नूं फिक्र होया। वो गए, उन्होंने जो जाके देखा कि कमरे च बच्ची की आवाज आए। उन्होंने कमरे का दरवाजा खड़काया, किसी ने बूहा ना खोलिया। महंत दे कोल गए, नारायण दास नूं आख्या महंत तेरे बंदियां ने मेरी बच्ची नूं अंदर कैद करके रखिया है, वो छड्डदे नहीं पए, तू किरपा कर उन्हां नूं कह कि वो छड्ड दवे। कि उन्हें अगों होर दौका मार के आख्या जे रौला पाया ते तेनूं ते तेरे परिवार नूं भी खत्म कर देवांगे। जाके सवेरे स्टेशन ते पहुंच जाई, तेरी बच्ची तेनूं उत्थे जाके मिलेगी। ये फिर जिहड़ा परिवार सी कमरे च रात नहीं कट्टी। पुराने विद्वान कहते उत्थे बोर्ड होंदे सी, सारी रात वो परिवार बोर्डां दे थल्ले बैठ के रोंदा रहा। बच्ची नूं कमरे विच बंद कर छड्डिया। सवेरे स्टेशन ते पहुंचे। बच्ची जिहड़ी सी ये महंतां दे बंदियां ने स्टेशन ते पहुंचाई। ते थोड़े समय बाद ललियानी ते बूरियां वाली तो 6 बीबियां जिहड़ियां सी वो पुन्नियां दे दिन गुरु नानक देव महाराज सच्चे पातशाह दे जन्म स्थान ते दर्शन करन आईयां। लेट हो गया, गड्डी का समा लंघ गया। उन्होंने कहा कि असी रात कटनी, सानू थां जगह दे दो। उन्होंने 6 बीबियां की भी पत धन गुरु नानक देव महाराज के स्थान से लुटी गई। सरदार करतार सिंह उत्थे गए। उन्होंने इशनान करते पे ने। इशनान करदियां होया उन्होंने गातरा ला लिया गया। उन्होंने धक्के मुक्की मार के ते बाहर कढ़ दिता गया। ये सारा कुछ जिहड़ा सी ये हौली हौली सिख आगुआं दे कोल पहुंचिया। श्रोमणी गुरुद्वारा प्रबंधक कमेटी अजे होंद विच नहीं आई, पर अकाली जथे जिहड़े सन वो बनने शुरू हो गए। शहीदी जथे बनने शुरू हुए। सतगुरु सच्चे पातशाह महाराज जी के अस्थानां की सेवा लेंदे पए ने। ते दूसरे पासे की होया, एक दिन एक कानफ्रेंस है, उत्थे सारे सिख आगू खलोते ने। ते ए जज दी जिहड़ी घरवाली सी ए उस कानफ्रेंस दे विच पहुंची और उन्हें दर्द भरी आवाज विच कहा, वे सिखड़ियो तुसी ते लोकां दियां धीआं दियां पत्तां बचाउंदे सी, अज तुहानूं की हो गया? अज तुहाडे हुंदियां सिखां बच्चियां दी पत लुटी गई। उन्होंने पूछा, कहंदे किवें? उन्हें दस्सिया, कहण लगे जेड़े तुहाडा बाबे दादे सन
ਉਹ ਦੁਰਾਨੀ ਅੰਬਾਨੀ ਵਰਗੇ ਜਿਹੜੇ ਆਉਂਦੇ ਸੀ ਉਹਨਾਂ ਦੇ ਬੱਚੀਆਂ ਉਹਨਾਂ ਨੇ ਚੁੱਕ ਕੇ ਲੈ ਕੇ ਜਾਣੀਆਂ, ਉਹਨਾਂ ਨੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਜਾ ਕੇ ਵੇਚਣੀਆਂ ਤੇ ਤੁਹਾਡੇ ਬਜ਼ੁਰਗਾਂ ਨੇ ਉਹਨਾਂ ਨੂੰ ਛੁਡਾ ਕੇ ਤੇ ਘਰਾਂ ਵਿੱਚ ਪਹੁੰਚਾਉਣਾ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਅਸਥਾਨ ਤੇ ਦੇਖੋ ਮੇਰੀ 13 ਸਾਲ ਦੀ ਬੱਚੀ ਦੀ ਪੱਤ ਲੁੱਟੀ ਗਈ ਹੈ। ਉੱਥੇ ਫਿਰ ਉਹਨਾਂ ਦੇ ਖੂਨ ਖੋਲਿਆ। ਉਹਨਾਂ ਨੇ ਕਿਹਾ ਕਿ ਅਸੀਂ ਮਹੰਤ ਨੂੰ, ਉਹਨਾਂ ਨੇ ਬੁਲਾਵਾ ਭੇਜਿਆ। ਮਹੰਤ ਨਰੈਣ ਦਾਸ ਨੇ ਟਾਲ ਮਟੋਲਾ ਕੀਤਾ। ਉਹਨੇ ਬਾਰ-ਬਾਰ ਉਹਨੂੰ ਬੁਲਾਉਂਦੇ ਰਹੇ ਤੇ ਉਹਨੇ ਕਿਹਾ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਟਾਲ ਜਾਵਾਂ। ਉਹ ਸਮਾਂ ਅਸਲ ਦੇ ਵਿੱਚ ਚਾਹੁੰਦਾ ਸੀ ਤੇ ਚਲਾਕ ਬੜਾ। ਇਹਨੇ 10 ਨੰਬਰੀਏ ਬਦਮਾਸ਼ ਜਿਹੜੇ ਸਨ, ਜਿਵੇਂ ਰਾਂਝਾ, ਰਿਹਾਨਾ ਇਤਿਆਦਿਕ ਇਹ ਬਦਮਾਸ਼ ਸਨ, ਇਹਨਾਂ ਨੂੰ 1.5 ਲੱਖ ਰੁਪਏ ਦੀ ਆਫਰ ਕੀਤੀ ਕਿ ਤੁਸੀਂ 1.5 ਲੱਖ ਰੁਪਇਆ ਲਿਆਓ, ਤੁਹਾਨੂੰ ਮੈਂ 1.5 ਲੱਖ ਰੁਪਇਆ ਦੇਵਾਂਗਾ ਤੇ ਤੁਸੀਂ ਆ ਕੇ ਮੇਰਾ ਕੰਮ ਕਰ ਦਿਓ। ਜਿੰਨੇ ਮੈਂ ਆਗੂ ਸਿੱਖਾਂ ਦੇ ਇਕੱਠੇ ਕਰਾਂਗਾ ਉਹਨਾਂ ਸਾਰੇ ਆਗੂਆਂ ਨੂੰ ਇੱਕਦਮ ਖਤਮ ਕਰਿਓ, ਹਮਲਾ ਕਰ ਦਿਓ ਤੇ ਅਸੀਂ ਕਹਾਂਗੇ ਮਾਰ ਦਿੱਤਾ, ਤੁਸੀਂ ਭੱਜ ਜਾਓ ਤੇ ਕਿਸੇ ਤੇ ਇਲਜ਼ਾਮ ਵੀ ਨਹੀਂ ਆਏਗਾ। ਉੱਥੇ ਕਹਿੰਦੇ ਇਹ ਵਿਉਂਤ ਬਣਾਈ ਗਈ। ਹਥਿਆਰ, ਪਿਸਤੌਲ ਇਤਿਆਦਿਕ ਲਾਹੌਰ ਤੋਂ ਖਰੀਦੇ ਗਏ। ਟਕੂਏ ਇਤਿਆਦਿਕ ਜਿਹੜੇ ਸਨ ਉਹ ਇਕੱਠੇ ਕੀਤੇ ਗਏ। ਛੱਤਾਂ ਦੇ ਉੱਤੇ ਰੋੜੇ ਇਕੱਠੇ ਕਰ ਲਏ, ਇੱਟਾਂ ਇਕੱਠੀਆਂ ਕੀਤੀਆਂ, ਤੇਲ ਦੇ ਪੀਪੇ ਭਰ ਕੇ ਰੱਖ ਲਏ। ਤੇ ਕਰਤਾਰ ਸਿੰਘ ਝੱਬਰ ਜਦੋਂ ਬਾਰ-ਬਾਰ ਕਹਿੰਦੇ ਮਿਲੋ, ਉਹਨੇ ਕਹਿਣਾ ਕਿ ਮੇਰੀਆਂ 2-3 ਸ਼ਰਤਾਂ ਨੇ। ਇੱਕ ਤਾਂ ਆ ਮਹੰਤੀ ਮੇਰੇ ਤੋਂ ਨਾ ਖੋਏ, ਮੈਂ ਅੱਗੇ ਤੋਂ ਕਰਮ ਨਹੀਂ ਕਰਦਾ। ਦੂਸਰਾ ਜਿਹੜਾ ਹੈ ਇਹ ਇੱਥੋਂ ਦਾ ਜਿੰਨਾ ਆਉਂਦਾ ਜਾਂਦਾ ਜਿਹੜਾ ਚੜਾਵਾ ਹੈ, ਜੋ ਆਮਦਨ ਹੈ, ਇਹਦਾ ਅੱਧਾ ਹਿੱਸਾ ਮੇਰੇ ਕੋਲ ਰਵੇ। ਤੇ ਤੀਸਰੀ ਸ਼ਰਤ ਰੱਖੀ, ਜਿਹੜੇ ਤੁਸੀਂ ਆ ਮੈਂਬਰ ਬਣਾਉਂਦੇ ਪਏ ਹੋ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣ ਵਾਸਤੇ, ਇਹਦੇ ਵਿੱਚ ਮੈਨੂੰ ਮੈਂਬਰ ਪਾ ਲਓ। ਉਹਨਾਂ ਨੇ ਕਰਤਾਰ ਸਿੰਘ ਝੱਬਰ ਨੇ ਕਿਹਾ, ਕਹਿੰਦੇ ਜੇ ਤੂੰ ਸੁਧਰ ਜਾਵੇਂ ਤੇ ਚੱਲ ਸੇਵਾ ਤੂੰ ਕਰੀ ਜਾਏ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਆਮਦਨ ਜਿਹੜੀ ਹੈ ਉਹ ਵੀ ਸਿੱਖ ਆਗੂਆਂ ਦੇ ਨਾਲ ਸਮਝੌਤਾ ਕਰ ਲਵਾਂਗੇ, ਪਰ ਜਿਹੜਾ ਆ ਕਮੇਟੀ ਦੇ ਵਿੱਚ ਹੈ ਇਹ ਫੈਸਲਾ ਪੰਥ ਦਾ ਹੈ ਤੇ ਮੈਂ ਇਕੱਲਾ ਨਹੀਂ ਕਰ ਸਕਦਾ। ਉੱਥੇ ਫਿਰ ਸਮਾਂ ਟਾਲਦਾ ਪਿਆ ਸੀ। ਇੱਕ ਦਿਨ ਇਹਨਾਂ ਨੂੰ ਪਤਾ ਲੱਗਿਆ, ਸਰਦਾਰ ਅਵਤਾਰ ਸਿੰਘ ਜਿਹੜੇ ਕਰਤਾਰ ਸਿੰਘ ਝੱਬਰ ਨੂੰ ਅੰਦਰ ਦੀ ਸਾਰੀਆਂ ਕਾਰਵਾਈਆਂ ਦੱਸਦੇ ਸੀ, ਉਹਨੇ ਆ ਕੇ ਦੱਸਿਆ, ਸਰਦਾਰ ਕਰਤਾਰ ਸਿੰਘ ਜੀ ਤੁਸੀਂ ਮਹੰਤ ਨੂੰ ਮਿਲਣਾ ਚਾਹੁੰਦੇ ਹੋ, 5-6 ਮਾਰਚ ਦਾ ਸਮਾਂ ਰੱਖਿਆ, ਤੁਸੀਂ ਮਿਲਣਾ ਚਾਹੁੰਦੇ ਹੋ, ਉਹ ਤੁਹਾਨੂੰ ਮਾਰਨ ਦੀਆਂ ਵਿਉਂਤਾਂ ਬਣਾ ਕੇ ਬੈਠਾ ਹੈ। ਮਹੰਤ ਇਹ ਚਾਹੁੰਦਾ ਸੀ ਕਿ ਸਾਰੇ ਆਗੂ ਸਰਦਾਰ ਤੇਜਾ ਸਿੰਘ ਪੁੱਜਰ, ਮਾਸਟਰ ਤਾਰਾ ਸਿੰਘ, ਕਰਤਾਰ ਸਿੰਘ ਝੱਬਰ, ਲਛਮਣ ਸਿੰਘ ਧਾਰੋਵਾਲ, ਜਿੰਨੇ ਆਗੂ ਸਨ ਇਹ ਸਾਰੇ ਜਦੋਂ ਇਕੱਠੇ ਹੋਏ ਸਾਰਿਆਂ ਨੂੰ ਖਤਮ ਕਰ ਦਾਂਗੇ, ਮੁੜ ਕੇ ਆਗੂ ਨਾ ਰਹੇ ਤੇ ਬਾਕੀ ਮਗਰ ਕੌਣ ਰਵੇਗਾ। ਉਹਦੇ ਮਨ ਦੇ ਮਨਸੂਬੇ ਇਹ ਤੇ ਕਰਤਾਰ ਸਿੰਘ ਝੱਬਰ ਨੂੰ ਅਵਤਾਰ ਸਿੰਘ ਨੇ ਆ ਕੇ ਜਦੋਂ ਦੱਸਿਆ, ਉਹਨਾਂ ਨੇ ਫਿਰ ਮਨ ਦੇ ਵਿੱਚ ਵਿਉਂਤ ਬਣਾਈ, ਸਿੱਖਾਂ ਨਾਲ ਸਲਾਹ ਕੀਤੀ। ਕਹਿਣ ਲੱਗੇ ਕਿ ਸ਼੍ਰੋਮਣੀ ਕਮੇਟੀ ਨੂੰ ਨਾ ਦੱਸਿਓ, ਰਾਵੀ ਦੇ ਪਾਰ ਵਾਲਿਆਂ ਨੂੰ ਨਹੀਂ ਦੱਸਣਾ, ਆਪਾਂ ਉਰਾਰ ਵਾਲੇ ਜਿਹੜੇ ਨੇ ਕਰਤਾਰ ਸਿੰਘ ਝੱਬਰ, ਲਛਮਣ ਸਿੰਘ ਧਾਰੋਵਾਲ, ਕਹਿੰਦੇ ਆਪਾਂ ਜਾ ਕਰਕੇ ਨਨਕਾਣਾ ਸਾਹਿਬ ਦਾ ਪ੍ਰਬੰਧ ਲੈ ਲਵਾਂਗੇ। ਉਹਨਾਂ ਨੂੰ ਪਤਾ ਲੱਗਿਆ ਕਿ 18 ਫਰਵਰੀ ਨੂੰ ਮਹੰਤ ਇੱਕ ਸਿੱਖ ਸਨਾਤਨ ਸਿੱਖਾਂ ਦੀ ਤੇ ਹਿੰਦੂ ਧਰਮ ਦੇ ਵਿਦਵਾਨਾਂ ਦੀ ਕਾਨਫਰੰਸ ਆ ਤੇ ਇਹਨੇ ਲਾਹੌਰ ਜਾਣਾ ਤੇ ਜਦੋਂ ਇਹ ਨਨਕਾਣਾ ਸਾਹਿਬ ਨਹੀਂ ਹੋਵੇਗਾ ਆਪਾਂ ਪਿੱਛੋਂ ਜਾ ਕੇ ਕਬਜ਼ਾ ਲੈ ਲਵਾਂਗੇ। ਦਿਨ ਰੱਖ ਲਿਆ ਗਿਆ ਕਿ 20 ਫਰਵਰੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੇ ਮਹੰਤ ਇੱਥੇ ਨਹੀਂ ਹੋਵੇਗਾ ਕਿ ਆਪਾਂ ਜਾ ਕੇ ਕਬਜ਼ਾ ਲੈ ਲਵਾਂਗੇ। ਇਹ ਸਾਰੀ ਵਿਉਂਤ ਕੀਤੀ। ਜਦੋਂ ਇਹ ਸਿੱਖ ਤਿਆਰ ਹੁੰਦੇ ਪਏ ਨੇ, ਔਰ ਖਾਸ ਕਰਕੇ ਇੱਥੇ ਕੁਝ ਸਿੱਖਾਂ ਦੇ ਨਾਮ ਲੈਣੇ ਜ਼ਰੂਰੀ ਨੇ। ਇੱਕ ਤਾਂ ਸਰਦਾਰ ਜਿਹੜੇ ਸਨ ਲਛਮਣ ਸਿੰਘ ਧਾਰੋਵਾਲ, ਇਹਨਾਂ ਦੇ ਘਰ ਦੇ ਵਿੱਚ ਇੱਕ ਬੱਚਾ ਪੈਦਾ ਹੋਇਆ, 8 ਮਹੀਨੇ ਦੇ ਬੱਚੇ ਦੀ ਉਹ ਮੌਤ ਹੋ ਗਈ। ਉਹ ਬੱਚੇ ਦਾ ਨਾਮ ਰੱਖਿਆ ਗਿਆ ਹਰਬੰਸ ਸਿੰਘ। ਉਹ ਬੱਚੇ ਦੀ ਮੌਤ ਜਦੋਂ ਹੁੰਦੀ ਹੈ ਤੇ ਉਹਦੇ ਤੋਂ ਬਾਅਦ ਵਿੱਚ ਇਹਨਾਂ ਦੇ ਘਰ ਦੇ ਵਿੱਚ ਔਲਾਦ ਕੋਈ ਨਹੀਂ ਹੋਈ। ਲਛਮਣ ਸਿੰਘ ਧਾਰੋਵਾਲ ਉਹ ਇੱਕ ਦਿਨ ਜਦੋਂ ਗਏ ਉਹਨਾਂ ਸਮਾਗਮਾਂ ਵਿੱਚ ਜਾਣਾ, ਇੱਕ ਛੋਟਾ ਜਿਹਾ ਬੱਚਾ ਨਾ 10 ਸਾਲ ਦਾ ਬੱਚਾ, ਉਹ ਕੀਰਤਨ ਬੜਾ ਸੋਹਣਾ ਕਰੇ ਤੇ ਲਛਮਣ ਸਿੰਘ ਧਾਰੋਵਾਲ ਉਹ ਆਪ ਵੀ ਬੜਾ ਸੋਹਣਾ ਕੀਰਤਨ ਕਰਿਆ ਕਰਦੇ ਸਨ। ਉਹਨਾਂ ਨੇ ਜਦੋਂ ਕੀਰਤਨ ਸੁਣਿਆ, ਸਮਾਪਤੀ ਹੋਈ ਤੇ ਉਸ ਬੱਚੇ ਨੂੰ ਕੋਲ ਸੱਦ ਕੇ ਆਖਦੇ ਜੱਫੀ ਦੇ ਵਿੱਚ ਲਿਆ ਤੇ ਲਛਮਣ ਸਿੰਘ ਧਾਰੋਵਾਲ ਕਹਿੰਦੇ ਨੇ, ਪੁੱਤ ਤੇਰਾ ਨਾਂ ਕੀ? ਕਹਿੰਦਾ ਮੇਰਾ ਨਾਂ ਜੀ ਮੰਗਲ ਸਿੰਘ। ਕਹਿੰਦੇ ਤੇਰੇ ਮਾਪਿਓ ਕਿੰਨੇ ਧਨ ਹੋਣਗੇ? ਕਹਿੰਦਾ ਕਿਉਂ? ਕਹਿੰਦੇ ਤੂੰ ਕਿੰਨਾ ਸੋਹਣਾ ਕੀਰਤਨ ਕਰਦਾ ਹੈ ਕਿ ਉਹ ਤੇਰੇ ਤੇ ਕਿੰਨਾ ਮਾਣ ਕਰਦੇ ਹੋਣਗੇ। ਉਹ ਬੱਚੇ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ। ਉਹ ਕਹਿੰਦੇ ਮੈਂ ਗਲਤ ਥੋੜੀ ਕਿਹਾ,
लक्ष्मण सिंह धारोवाल कहते मैं ते ये क्या है कि तेरे माँ प्यो मान करते होणगे। वो कहता असल दे विच तां मेरे माँ प्यो है कोई नहीं, मैं अनाथ हाँ। हुण लक्ष्मण सिंह धारोवाल ने सीने नाल ला के क्या कह लगे, देख तेरे माँ प्यो नहीं ते मेरा पुत कोई नहीं, अज तो बाद तू मेरा पुत ते मैं तेरा पिता। असल दे विच वो बच्चा जिहड़ा सी ना वो नीवी जात रंगरेटियां दे विचों सी, पर उस वेले थोड़ा जिहा जात दा छूत-छात दा कीता जांदा। जदों लक्ष्मण सिंह धारोवाल अपने घरे लैके आया, लोगों ने कहा तू नीवी जात वाले बच्चे नूं अपने बराबर बिठा के रोटी खवाना। उन्हें कहा नहीं, बिल्कुल इनू नीवी जात दा ना आखियो, अज तो ये मंगल सिंह मेरा पुत्र है, जिहड़ा लक्ष्मण सिंह धारोवाल दा पुत्र नीवी जात दा किवें हो गया। फिर लक्ष्मण सिंह धारोवाल ने इहनूं बहुत पढ़ाया, फौज दे विच भर्ती कराया, और सरदार मंगल सिंह जिहड़े सन एक गुरु नानक महाराज धन गुरु गोबिंद सिंह महाराज ते शरधा बड़ी रखते सी। महाराज जी के ककारां नूं पहन के रखना, कदी दूर ना करना। और फौज में जो भर्ती सी उदों किरपान जिहड़ी वर्दी दे अंदरों भी पा लेनी। किसी ने शिकायत की, कह लगे जी ये हथियार अंदर की किरपान वखरी पाउंदे ने। उन्होंने पूछा गया क्या किरपान ला दे, कहते किरपान नहीं लाउणी, कोर्ट मार्शल किया गया, सजा होगी। सजा कट के आए तो सिखा ने खिताब दिता, सरदार मंगल सिंह किरपान बहादुर, इन्हें किरपान नहीं लाई पर सजा कबूल कर ली। हुण देखो जिस दिन ये जथा घरों तुरना है, पिता सरदार लक्ष्मण सिंह धारोवाल उन्होंने केसी इशनान किया। इन्हां दी घरवाली दा नाम सी इंदर कौर, वो तैयार नाल होई। उधरों इहदे पुत्र मंगल सिंह दा विआह होया ते उधर डोला लैके वापस आया। उन्हें आउंदियां पुछया, मां अज बाबू किथे केसी इशनान करके तैयार होके चलिया है? कह लगे तेरे पिता जी ना ननकाना साहब चले ने शहादत देने वास्ते। उन्हें क्या मां दही है? कहती हाँ है। कहते लिया फिर मैं भी केसी इशनान करा ते मैं भी बापू के नाल जाना चाहना है। वो फिर केसी इशनान किया ते घर वाली कहती देख तू मेरा डोला लैके आया ते अज मैं तेरे नाल आई, मैं तेरे नाल लगी हाँ ते तू मैनू छड्ड के तू शहीदी दे आवेगा। उत्थे फिर कहते ने मंगल सिंह ने क्या कह लगे, तू मेरे नाल ब्याही जरूर है पर मेरा फर्ज है कि मैं सतगुरु महाराज पातशाह तो अज कुर्बान होने वास्ते जाना है, इसको मैं पिछां नहीं आ सकता। तुसीं अज भी जो अमृत संचार होंदा है, पंज प्यारे साहिबान जो अमृत छकाउंदे ने ते उदों ये गल बकायदा कही जाती है कि ये जिहड़ा तुहाडा सिर है ये अज तो बाद पंथ की इमानत है, जदों लोड़ पवे सिर देण तो गुरेज कभी नहीं करना। तो मंगल सिंह देखो पुत भी तैयार होया, मां इंदर कौर तैयार है, लक्ष्मण सिंह धारोवाल तैयार ने। उत्थे एक होर सिख का जिक्र आउंदा है, सरदार केर सिंह। केर सिंह जिहड़े सन ये बड़े बहादुर ते बड़े शरीर दे तकड़े सी, फौज दे विच नौकरी करदे। एक दिन अंग्रेज अफसर ने क्या कहते शिकार खेडन जाना, केर सिंह ये नाल गए ते सलाह की हुई कि दरख्त के उत्ते चढ़ के गोली चलावांगे, शेर का शिकार करना सी। अंग्रेज अफसर दरख्त ते चढ़िया, अजे सरदार केर सिंह थले सी, इन्हें शेर आया भड़किया। वो अंग्रेज अफसर ने कहा मिस्टर केर सिंह जल्दी ऊपर आओ। वो कहते नहीं हुण शेर का मुकाबला शेर करेगा, केर का अर्थ भी शेर हुंदा है। हुण फिर जिहड़ा सरदार केर सिंह उन्होंने बरछे दे नाल उस शेर के उत्ते वार किया ते उन्होंने उत्थे ही खत्म कर दिता। ये इन्हें मजबूत शरीर वाले सन ते इन्हां दे पुत्र दा नाम सी दरबारा सिंह। ये 2.5 साल का बच्चा सी जो इनकी माता बच्चे की पूरी हो जाती। दरबारा सिंह की माता दादी ने पालिया, दादियां ने शहीदां दी साखियां सुनाउणियां ते जो शहीदां दी साखियां सुनाउणियां ते ये बच्चा दरबारा सिंह ने आखना मां शहीद कौन हुंदे ने? वो कहती शहीद जिहड़े ने वो सदा जिउंदे रहिंदे ने, वो मरदे कदी नहीं आ। फिर बच्चे ने सुभाविक कहना दादी मैं भी शहीद होवांगा, जो मैं शहीद होया फिर मैं भी जिउंदा रह जावांगा, मरना मैं भी कभी नहीं आ। अज देखो वो भावें बच्चा सी, उनके कहे हुए बोल अज पुग गए। अज देखो 100 साल तो ऊपर हो चुकिया है। असीं रोजाना अरदास करके आखदे आ कि जिन्हां ਸਿੰਘਾਂ ਸਿੰਘਣੀਆਂ ने गुरुद्वारियां की सेवा लई कुर्बानियां कीतियां, धर्म नहीं हारिया। देखो अरदास का एवें कह लो कि बड़िया विशाल दिली नाल अरदास लिखी गई, इन्ना वड्डा कलावा रखा गया। भावें तुसीं देखो ननकाना साहिब दे विच शहीद होए ने सिंह,
ਭਾਵੇਂ ਤਰਨਤਾਰਨ ਦੇ ਸਾਕੇ ਵਿੱਚ ਸੀ, ਪਰ ਇਹ ਰਹਿੰਦੇ ਪਾਕਿਸਤਾਨ ਦੇ ਵਿੱਚ ਸੀ, ਬਾਲ ਦਾ ਇਲਾਕਾ। ਦੂਸਰੇ ਪਾਸੇ ਲਛਮਣ ਸਿੰਘ ਧਾਰੋਵਾਲ ਅੱਜ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਧਾਰੋਵਾਲ ਹੈ, ਪਰ ਇਹ ਧਾਰੋਵਾਲੀਆਂ ਦੇ ਇਹਨਾਂ ਦੇ ਪਿਤਾ ਨੂੰ ਜ਼ਮੀਨ ਮੁਰੱਬਿਆਂ ਦੇ ਵਿੱਚ ਮਿਲੀ ਹੋਈ ਸੀ ਔਰ ਇਹਨਾਂ ਨੇ ਉਧਰ ਜਾ ਕੇ ਜਿਹੜਾ ਨਗਰ ਵਸਾਇਆ ਤੇ ਉਹਦਾ ਨਾਮ ਹੀ ਧਾਰੋਵਾਲ ਰੱਖਿਆ ਹੈ। ਇਹ ਸਾਰੇ ਉਸ ਪਾਸੇ ਪਾਕਿਸਤਾਨ ਦੇ ਨਗਰ ਸਨ। ਜਲਦ ਦੇ ਰਹਿਣ ਵਾਲੇ ਸਰਦਾਰ ਕੇਰ ਸਿੰਘ, ਉਹਨਾਂ ਦਾ ਪੁੱਤਰ ਵੀ ਜਿੱਦ ਕਰਕੇ ਤਿਆਰ ਹੋਇਆ, ਦਾਦੀ ਮੈਂ ਵੀ ਨਾਲ ਜਾਣਾ ਹੈ। ਤੇ ਸਰਦਾਰ ਕੇਰ ਸਿੰਘ ਕਹਿੰਦੇ ਤੂੰ ਥੱਕ ਜਾਏਗਾ, ਕਹਿੰਦੇ ਨਹੀਂ ਮੈਂ ਥੱਕਾਂਗਾ ਨਹੀਂ, ਕਹਿੰਦੇ ਮੈਂ ਚੁੱਕ ਕੇ ਨਹੀਂ ਖੜਨਾ। ਇਹ ਬੱਚੇ ਦੀ ਉਮਰ ਕੇਵਲ 9 ਸਾਲ ਦੀ ਸੀ। ਸਰਦਾਰ ਦਰਬਾਰਾ ਸਿੰਘ और श्रोमणी गुरुद्वारा प्रबंधक कमेटी ने एक किताब, एक छोटा जिहा पैम्फलेट लिखिया है। उनदे विच किताब का नाम है भरोसे दे भांबड़ भाई दरबारा सिंह। देखो सब तो छोटा शरीर आ, साता ननकाना साहिब दा। हुण ये बच्चा कहता मैं थकूंगा नहीं, मैं सारे रस्ते तुर के जाऊंगा, मैं तुहानूं ये नहीं आखांगा कि नहीं चुप के खड़ो। वो बच्चा नाल तुरिया है जी। हुण देखो एक पासे सरदार करतार सिंह झब्बर दा जत्था तुरिया, दूसरे पासे सरदार लछमण सिंह का जत्था तुरिया। ये दोनों जत्थे तुरदे ते इन्हां ने ये कहा सी कि आपां ननकाना साहिब तो 5 मील पिछे मिलांगे, अमृत वेले असीं ननकाना साहिब दे अंदर जावांगे ते असीं जाके जिहड़ा प्रबंध अपने हत्थां विच लवांगे। दूसरे पासे सिख आगू मास्टर तारा सिंह, तेजा सिंह गुज्जर, वो किते लाहौर वाले पासे आए ते उन्हां नूं किसे ने दस दिता कि सिखां दे जत्थे जिहड़े ने इह ननकाना साहिब नूं आजाद कराउण वास्ते चले आ, पर उत्ते प्रबंध बड़ा तगड़ा अगे कीता होया है। दूसरे पासे महंत जिहड़ा सी ओह इह सनातन सिख कांफ्रेंस दे विच चलिया है ते गड्डी दे विच बैठा, इहनूं किसी औरत ने आवाज़ दे के क्या कहंदे वे महंता कित्थे चलिया है? वो कहते हो गुरशियां वाले आ गए ने, ताली करके उते जत्थे बना के तुरे आउंदे ने। महंत ने नरैण दास इन्हें चलती गड्डी में छाल मारी, जाके दुनिया में शराब पियाई, सारा प्रबंध इन्हें आप लिखिया। उधर दूसरे पासे सरदार मास्टर तारा सिंह, तेजा सिंह गुज्जर होना ने इन्होंने एक चिट्ठी लिखी। इन्होंने करतार सिंह झब्बर नूं सद्दिया पर वो ना आया। वो चिट्ठी दे उत्ते शेर सिंघां ने साइन कीते। सरदार गुरयान सिंह के हाथ में चिट्ठी दे के क्या कह लगे कि एक चिट्ठी जाके दे उत्ते कह दे कि पंथ दा हुक्म है तुसीं ननकाना साहिब नहीं जाना। करतार सिंह झब्बर दे नाल वो मुलाकात हुई गुरयान सिंह दी। उन्हें चिट्ठी दे के क्या कहंदे मैं पंथ दे हुक्म दे अगे सिर झुकाउणा है, पर एक गल याद रखियो मैं रुक जावांगा, लछमण सिंह धारोवाली नूं कौन रोकेगा? उत्ते सरदार दलीप सिंह सी, उन्होंने चिट्ठी पढ़ी ते हाथ मारे छाती ते कह लगे मैं लछमण सिंह नूं रोकांगा। कहंदे जो ना रुकिया कहंदे पंथ नूं जवाब दे फिर मैं होवांगा। उधर दूसरे पासे जिद्दां लछमण सिंह धारोवाल वो घरे इशनान करके तुरे आना ते सब तो पहलों महाराज का प्रकाश किया, फिर प्रकाश किया, हुक्मनामा लिया। हुक्मनामे दे विच बचन सन तन मन काट काट सब अर्पी विच अग्नि आग जलाई। साध संगत कौन कहंदा कि गुरु ग्रंथ साहिब बोलदे नहीं आ, सानू ना बुलाउने आउंदे आ ते ना सुनने आउंदे आ। अरदास शरधा भावना नाल करो। ताबिया विच बैठ के गुरु गोबिंद सिंह महाराज सिखां ने पूछया महाराज आप शरीर करके चले हो हजूर साहब की धरती, महाराज जे तुहाडे दर्शन करने होण ते किवें करिया करिए? महाराज कहंदे सिखां दे विचों दर्शन होणगे। महाराज सच्चे पातशाह जे तुहाडे नाल गल करनी होवे सतगुरु धन गुरु गोबिंद सिंह सच्चे पातशाह महाराज कहंदे गुरु ग्रंथ साहिब जी दी दर्शनां दे वास्ते आउणा, कड़ा प्रसाद दी देग करनी, 3 परिक्रमा करनियां, गुरु ग्रंथ साहिब महाराज जी दी हजूरी विच बैठ के बाणी पढ़ना, जो तुसीं पुछना चाहते हो धन गुरु ग्रंथ साहिब महाराज तुहानूं दस्सिया करनगे। सतगुरु जागदा गुरु है, हाजिर हजूर सतगुरु है। ते जदों लछमण सिंह धारोवाल उन्होंने अरदास की, हुक्मनामा लिया ते हुक्मनामे दे बचन सन तन मन काट काट सब अर्पी विच अग्नि आप जलाए। लछमण सिंह चलिया गुरु नानक देव दा घर आजाद कराउण वास्ते। उत्थे शरीरां दे टुकड़े भी होणगे ते उन्हां टुकड़ियां नूं अग विच साड़िया भी जाना है। सतगुरु ग्रंथ साहिब महाराज सच्चे पातशाह दा हुक्मनामा लैके तुरे। जिदन रस्ते विच मिलदा है सरदार दलीप सिंह, उन्हें चिट्ठी दिखाई। चिट्ठी दिखा करके उन्होंने कहा कि पंथ हुक्म करता है तुसीं जत्था लैके नहीं जाना,
ਉੱਥੇ ਫਿਰ ਮਨ ਜਿਹੜਾ ਸੀ ਇੱਕ ਵਾਰੀ ਰੁਕਿਆ ਕਿ ਜੇ ਪੰਥ ਦਾ ਹੁਕਮ ਨਾ ਮੰਨਿਆ ਫਿਰ ਲੋਕ ਕਹਿਣਗੇ ਜੀ ਪੰਥ ਤੋਂ ਬਾਗੀ ਹੋ ਗਏ। ਉੱਥੇ ਫਿਰ ਇੱਕ ਬਜ਼ੁਰਗ ਸਨ ਸਰਦਾਰ ਮਾਨ ਸਿੰਘ, ਸ਼ਾਇਦ ਉਹਨਾਂ ਦਾ ਨਾਮ ਲਿਖਿਆ ਹੈ। ਉਹ ਬਜ਼ੁਰਗ ਨੇ ਕਿਹਾ, ਕਹਿਣ ਲੱਗੇ ਦੇਖੋ ਲక్ష్మణ ਸਿਆਂ ਅਰਦਾਸ ਕਰਕੇ ਤੁਰਿਆ, ਪੰਥ ਦਾ ਹੁਕਮ ਸਿਰ ਮੱਥੇ, ਪਰ ਗੁਰੂ ਨੇ ਹੁਕਮ ਕਰ ਦਿੱਤਾ, ਹੁਣ ਪਿੱਛੇ ਨਹੀਂ ਹਟ ਸਕਦੇ। ਮੈਂ ਚੱਲਿਆ, ਜੇਕਰ ਤੁਸੀਂ ਜਾਣਾ ਹੈ ਤੇ ਤੁਸੀਂ ਜਾ ਸਕਦੇ ਹੋ। ਉੱਥੇ ਫਿਰ ਦੁਬਾਰਾ ਫਿਰ ਅਰਦਾਸ ਕੀਤੀ, ਹੁਕਮਨਾਮਾ ਲਿਆ ਗਿਆ ਤੇ ਹੁਕਮਨਾਮਾ ਦੁਬਾਰਾ ਫਿਰ ਉਹੀ ਆਇਆ, ਤਨ ਮਨ ਕਾਟ ਕਾਟ ਸਭ ਆਪੇ ਵਿੱਚ ਅਗਨੀ ਆਪ ਜਲਾਈ। ਤੇ ਜਿੱਦਣ ਸ਼ਹਾਦਤ ਹੋਈ ਉੱਥੇ ਵੀ ਜਾ ਕੇ ਜਦੋਂ ਪ੍ਰਕਾਸ਼ ਤੇ ਬੈਠੇ ਤੇ ਮਹਾਰਾਜ ਦੀ ਗੋਦ ਵਿੱਚ ਬੈਠ ਕੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਫਿਰ ਦੁਬਾਰਾ ਉੱਥੇ ਇਹੀ ਆਇਆ। ਫਿਰ ਭਾਈ ਲక్ష్మణ ਸਿੰਘ ਧਾਰੋਵਾਲ ਉਹ ਕਹਿੰਦੇ ਨੇ ਨਹੀਂ ਹੁਣ ਰੁਕਣਾ ਨਹੀਂ ਆ। ਦਲੀਪ ਸਿੰਘ ਨੇ ਬੜਾ ਜ਼ੋਰ ਲਾਇਆ ਪਰ ਰੁਕੇ ਨਾ। ਉਹਨੇ ਜਾ ਕੇ ਭੱਜਿਆ ਉੱਥੋਂ, ਉਹ ਵਰਿਆਮ ਸਿੰਘ ਦੇ ਕਾਰਖਾਨੇ ਪਹੁੰਚਿਆ। ਵਰਿਆਮ ਸਿੰਘ ਨੂੰ ਜਾ ਕੇ ਦੱਸਿਆ ਕਿ ਜਥਾ ਰੁਕਿਆ ਕੋਈ ਨਹੀਂ ਆ। ਇੰਨੇ ਨੂੰ 4:45 ਵਜੇ ਕਹਿੰਦੇ ਨੇ ਲక్ష్మణ ਸਿੰਘ ਧਾਰੋਵਾਲ ਤੇ ਉਹਨਾਂ ਦੇ ਨਾਲ 150 ਸਿੰਘਾਂ ਦਾ ਇਹ ਸਾਰਾ ਜਥਾ, ਇਹ ਸਾਰੇ ਜਥੇ ਦੇ ਸਿੰਘ ਜਿਹੜੇ ਸਨ ਇਹ ਨਨਕਾਣਾ ਸਾਹਿਬ ਦੇ ਅੰਦਰ ਜਾਂਦੇ ਆ। ਇਸ ਤੋਂ ਪਹਿਲਾਂ ਉਹ ਮਹਾਂਪੁਰਖਾਂ ਵੱਲੋਂ ਉਹਨਾਂ ਨੇ ਕਿਹਾ ਕਿ 18 ਰੁਪਏ ਮੇਰੇ ਕੋਲ ਨੇ, ਜਦੋਂ ਅਸੀਂ ਸ਼ਹੀਦੀ ਦੇ ਲਵਾਂਗੇ ਤੇ ਇਹ 18 ਰੁਪਏ ਅਖੰਡ ਪਾਠ ਦੀ ਸੇਵਾ ਵਿੱਚ ਪਾਇਓ। ਇਹ ਬੀਬੀ ਇੰਦਰ ਕੌਰ ਨੂੰ ਦਿੱਤੇ, ਲక్ష్మణ ਸਿੰਘ ਧਾਰੋਵਾਲ ਦੀ ਘਰਵਾਲੀ ਨੂੰ ਦਿੱਤੇ ਗਏ। ਤੇ ਕਹਿੰਦੇ ਨੇ ਜਦੋਂ ਇਹ ਅੰਦਰ ਜਾਂਦੇ ਨੇ, ਇੱਕ ਉਦਾਸੀ ਸਾਧੂ ਤਾਬਿਆ ਬੈਠਾ ਸੀ, ਉਹਨੂੰ ਪਿਆਰ ਦੇ ਨਾਲ ਕਿਹਾ ਕਿ ਤੁਸੀਂ ਤਾਬਿਆ ਛੱਡ ਦਿਓ। ਉਹ ਤਾਬਿਆ ਤੋਂ ਉੱਠ ਕੇ ਗਿਆ। ਲక్ష్మణ ਸਿੰਘ ਧਾਰੋਵਾਲ ਜਿਹੜਾ ਸੀ ਉਹ ਤਾਬਿਆ ਵਿੱਚ ਬੈਠ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮ ਲਿਆ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਕੁਝ ਸਿੰਘ ਜਿਹੜੇ ਸਨ ਉਹ ਦਰਬਾਰ ਦੇ ਅੰਦਰ ਬੈਠੇ, ਕੁਝ ਚੋਖੰਡੀ ਬਾਹਰ ਪ੍ਰਕਰਮਾਂ ਦੇ ਵਿੱਚ ਬੈਠ ਕੇ ਦਰਵਾਜ਼ਾ ਬੰਦ ਕਰ ਲਿਆ ਗਿਆ। ਪਰ ਦੂਸਰੇ ਪਾਸੇ ਮਹੰਤ, ਉਹਨਾਂ ਦੇ ਗੁੰਡੇ ਰਾਂਝਾ ਰਿਹਾਨਾ ਵਰਗੇ 10 ਨੰਬਰੀ ਬਦਮਾਸ਼, ਉਹਨਾਂ ਨੇ ਜਿਹੜਾ ਸੀ ਕੋਠਿਆਂ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕੀਤੀਆਂ। ਮਹੰਤ ਆਪ ਘੋੜੇ ਤੇ ਚੜਿਆ, ਚਾਦਰ ਦੇ ਨਾਲ ਉਹਨੇ ਮੂੰਹ ਲਪੇਟਿਆ ਸੀ ਤੇ ਉਹਨੇ ਆਪ ਕੱਲੇ ਕੱਲੇ ਸਿੱਖ ਦੀ ਨਿਸ਼ਾਨਦੇਹੀ ਕਰਾ ਕੇ ਜਿਹੜਾ ਜੁੰਦਾ ਸੀ ਉਹਨੂੰ ਕਿਹਾ ਇਹਨੂੰ ਵੱਢ ਦੋ, ਇਹਨੂੰ ਖਤਮ ਕਰ ਦੋ। ਉਹ ਆਪ ਕਤਲੋਗਾਰਤ ਕਰਦਾ ਪਿਆ ਹੈ। ਥੋੜੇ ਹੀ ਸਮੇਂ ਦੇ ਵਿੱਚ ਜਿਹੜੇ ਬਾਹਰ ਸਿੱਖ ਬੈਠੇ ਸਨ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਆ। ਅੰਦਰ ਵੀ ਜਾ ਕੇ ਗੋਲੀਆਂ ਚਲਾਈਆਂ ਗਈਆਂ। ਸਭ ਤੋਂ ਪਹਿਲਾਂ ਅੰਦਰ ਗੋਲੀ ਜਦੋਂ ਚੱਲੀ ਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਲੱਗੀ ਆ। ਲక్ష్మణ ਸਿੰਘ ਧਾਰੋਵਾਲ ਨੇ ਆਵਾਜ਼ ਦੇ ਕੇ ਕਿਹਾ, ਕਹਿੰਦੇ ਸਾਡੇ ਸੀਨੇ ਤੂੰ ਛੱਲੀ ਕਰਦੇ ਮਹੰਤਾ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਗੋਲੀਆਂ ਨਾ ਚਲਾ। ਬਾਹਾਂ ਦੇ ਨਾਲ ਤਲਾਵੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲਿਆ ਪਰ ਉਹ ਗੋਲੀਆਂ ਚਲਾਉਣੋਂ ਨਾ ਹਟੇ। ਸਰਦਾਰ ਲక్ష్మణ ਸਿੰਘ ਧਾਰੋਵਾਲ ਉਹਨਾਂ ਦੇ ਸਰੀਰ ਨੂੰ ਗੋਲੀਆਂ ਦੇ ਨਾਲ ਛੰਨੀ ਕਰ ਦਿੱਤਾ। ਅੱਜ ਵੀ ਨਨਕਾਣਾ ਸਾਹਿਬ ਦੀ ਕੰਧ ਪਿਛਲੀ ਜਿਹੜੀ ਹੈ ਉਹਦੇ ਤੇ ਗੋਲੀਆਂ ਦੇ ਨਿਸ਼ਾਨ ਨੇ। ਉਹ ਛੋਟਾ ਜਿਹਾ ਬੱਚਾ 8-9 ਸਾਲ ਦਾ ਦਰਬਾਰਾ ਸਿੰਘ, ਉਹਨੂੰ ਇੱਕ ਅਲਮਾਰੀ ਦੇ ਵਿੱਚ ਬੰਦ ਕਰਤਾ ਕਿ ਇੱਥੇ ਤੇ ਮੌਤ ਦਾ ਤਾਂਡਵ ਹੋਣਾ ਹੈ, ਚਲ ਬੱਚਾ ਬਚ ਜਾਏਗਾ। ਉੱਥੇ ਫਿਰ ਜਿਹੜੇ ਮਹੰਤ ਦੇ ਗੁੰਡੇ ਸਨ ਲక్ష్మణ ਸਿੰਘ ਧਾਰੋਵਾਲ ਨੂੰ ਧੂ ਕਰਕੇ ਉਹਨੂੰ ਖਿੱਚ ਕੇ ਲਿਆਂਦਾ। ਅੱਜ ਵੀ ਉਹ ਜੰਗ ਤੁਸੀਂ ਉੱਥੇ ਦੀਆਂ ਲੱਗੀਆਂ ਸੀ ਉਹਦੇ ਵਿੱਚ ਸੁੱਟ ਦਿੱਤੇ ਗਏ। ਉਹ ਸਾਰੇ ਪਾਸੇ ਇੱਕ ਇੱਕ ਸਿੱਖ ਨੂੰ ਉਹਨਾਂ ਨੇ ਕੁਤਲਿਆ, ਮਾਰਿਆ, ਕੱਟਿਆ ਤੇ ਵੱਢਿਆ ਔਰ ਸਿੱਖਾਂ ਦੀ ਸ਼ਹਾਦਤ ਹੁੰਦੀ ਗਈ। ਔਰ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਅੰਦਰ ਦਰਬਾਰ ਦੇ ਆਏ ਤੇ ਅਲਮਾਰੀ ਖੜਕਣ ਦੀ ਆਵਾਜ਼ ਆਈ। ਉਹਨਾਂ ਨੇ ਅਲਮਾਰੀ ਲੜਦਿਆਂ ਖੋਲੀ, ਪਤਾ ਨਹੀਂ ਇਹ ਕਿਉਂ ਖੜਕੀ। ਜਦੋਂ ਖੋਲੀ ਤੇ ਉਹ 8 ਸਾਲ ਦਾ ਬੱਚਾ ਬਾਬਾ ਦਰਬਾਰਾ ਸਿੰਘ ਉਹਨਾਂ ਸਾਹਮਣੇ ਜਿਹੜਾ ਖਲੋਤਾ ਜਲਾਦ, ਉਹਨੂੰ ਕੁੱਟ ਕੇ ਜੱਫੀ ਪਾ ਕੇ ਕਹਿੰਦਾ ਮੇਰਾ ਬਾਪੂ ਸ਼ਹੀਦ ਹੋ ਗਿਆ ਏ ਤੇ ਮੈਂ ਵੀ ਸ਼ਹੀਦ ਹੋਣ ਵਾਸਤੇ ਆ, ਮੈਨੂੰ ਵੀ ਸ਼ਹੀਦ ਕਰੋ। ਇਸ ਛੋਟੇ ਜਿਹੇ ਬੱਚੇ ਨੂੰ 8-9 ਸਾਲ ਦੇ ਬੱਚੇ ਨੂੰ ਚੁੱਕ ਕੇ ਤੇ ਭਾਂਬੜਾਂ ਦੇ ਵਿੱਚ ਉਹ ਪੱਠੀ ਦੇ ਵਿੱਚ ਸੁੱਟ ਕੇ ਤੇ ਸ਼ਹੀਦ ਕਰ ਦਿੱਤਾ। ਇਹ ਸਾਰਾ ਕੁਝ ਜਦੋਂ ਵਾਪਰਿਆ, ਗੋਲੀਆਂ ਚੱਲੀਆਂ, ਉਧਰੋਂ ਦਲੀਪ ਸਿੰਘ ਤੇ ਵਰਿਆਮ ਸਿੰਘ ਭੱਜੇ। ਵਰਿਆਮ ਸਿੰਘ ਨੇ ਆ ਕੇ ਕਿਹਾ, ਮਹੰਤਾ ਕੀ ਕਰਦਾ ਏ, ਰੁਕ ਜਾ। ਉਹਨੇ ਕਿਹਾ ਤੂੰ ਵੀ ਕਾਲੀਆਂ ਦੇ ਨਾਲ ਰਲ ਗਿਆ ਏ। ਇੱਕ ਗੋਲੀ ਜਿਹੜੀ ਸੀ ਵਰਿਆਮ ਸਿੰਘ ਦੇ ਵੀ ਮਾਰੀ। ਦਲੀਪ ਸਿੰਘ ਦੀ ਵੀ ਉੱਥੇ ਸ਼ਹਾਦਤ ਹੁੰਦੀ ਆ। ਇੰਨੇ ਨੂੰ ਜਿਹੜਾ ਖਬਰ ਸੀ ਉਹ ਸਰਦਾਰ ਕਰਤਾਰ ਸਿੰਘ ਝੱਬਰ ਤੱਕ ਪਹੁੰਚੀ। ਉਹਨਾਂ ਨੇ ਪਿੰਡਾਂ ਦੇ ਵਿੱਚ ਢੰਡੋਰੇ ਫਰਾ ਦਿੱਤੇ, ਕਿਹਾ ਕਿ ਅੱਜ ਨਨਕਾਣਾ ਸਾਹਿਬ ਦੇ ਵਿੱਚ ਸਾਕਾ ਵਾਪਰ ਗਿਆ, ਸਾਡੇ ਭਰਾ ਉੱਥੇ ਸ਼ਹੀਦ ਹੋ ਗਏ, ਹੁਣ ਛੇਤੀ ਆਓ, ਹੁਣ ਸ਼ਾਂਤਮਈ ਨਹੀਂ ਰਹਿਣਾ, ਹੁਣ ਅਸੀਂ ਭਾਵੇਂ ਆਪ ਵੀ ਸ਼ਹੀਦ ਹੋ ਜਾਈਏ
पर असीं हुण लड़ के भी धन गुरु नानक देव महाराज के अस्थान का कब्जा जरूर लवांगे। उत्थे फिर सिख जिहड़े ने वो गिनती विद्वान कहते ने 2200 गिनती हो जाती है। दूसरे पासे गवर्नर जिहड़ा सी मिस्टर किंग, जिहड़ा उत्थों का सूबेदार लगाया गया मिस्टर करी, इन्हां ने भी फौज भेज दी, ताले मार दिते, महंत नूं पासे भेज दिता ते जिहड़े गुंडे सन वो भी भजा दिते। बीड़ा अगे बीड़ दित्तियां गईयां, मशीन गन्ना सिखां नूं कहा अगे ना आयो, गोलियां चला दांगे। वो कहंदे हुण असीं रुकना नहीं, जिन्हां दे पुੱਤ जिन्हां दे भरा अंदर शहीद पए ने वो किवें बाहर रुक सकदे आ। इन्हां ने सिखां नूं फिर बड़ा रोकण दा यतन कीता, हार के इन्हां ने जिहड़ा सी चाबियां दित्तियां। जदों अंदर जाके देखिया धन गुरु नानक देव महाराज दा अस्थान जिन्हों असीं चरण गंगा आखदे आ, कहंदे 1.5 फुट लंबी ते 1 फुट चौड़ी, 2 इंच वो डूंगी जिहड़ी सी ना, वो चरण गंगा खून नाल भरी ते खून उत्तों दी वगदा पिया सी। इन्ना खून डुलिया। सिखां ने जदों वो सारा कुछ समेटिया, गुरु ग्रंथ साहिब महाराज जी के स्वरूप विच गोलियां लगियां, 4 अधछड़ियां लाशां चौखंडी दे विचों मिलियां, 5 लाशां दे ढेर वेखे, कीमा होया मास जिहड़ा सी वो टोकरियां दे विच भरिया, 56 सिर मिले। खोपड़ियां वैसे शब्द लिखिया पर वो सिखां दे सिर सन और सतगुरु महाराज जी के दर दे उत्ते कुर्बान हुए सन। 56 सिर मिले, उन्हां दे नाल कड़े मिले, किते कंघे खिलरे हुए मिले, पर उन्हां सारियां नूं फिर इकट्ठा कीता, इकट्ठा करके फिर एक चिखा चुनी गई। कल दा दिन जिहड़ा है 22 फरवरी, वो दरवाजे खोले, जेड़े आके दर्शन किया उनदियां ताहां निकल गईयां। सिखां ने खून दे अथरू डोले ते सिखां दे खून दे अथरू सन जदों देखते सन कि धन गुरु नानक देव महाराज सच्ची तेरे सिखां ने अरदास करके तुरे ते अरदास करके तेरे घर नूं अपने खून दे नाल धो दिता, इन्हां कर्मां नूं धो दिता, इन्हां दे कीते हुए पापां नूं धोया है ते धन हन ओ सिख लक्ष्मण सिंह धारोआ। हालांकि नाम कल्ले 86 मिलते आ, गिनती उस वेले जिहड़ी हुई वो 150 सिंह सन, पर नाम जिहड़ी लिस्ट मिली उन्हां दे विच 86 नाम अज तक मिले। वो 86 सिंघां दे नाम मिलते आ। 150 सिंघां दी फिर वो चिखा चुनी गई, उत्ते फिर अरदास सांझी कीती गई। और वो अरदास सी कि अज भी असीं भावें किते भी बैठे होइए, असीं हर वेले उन्हां शहीदां नूं याद करदे जिन्हां ने गुरधामां को इन्हां दुष्टां नूं अनरैह नूं महंतां वर्गियां तो आजाद करवाया है। पर एक गल अफसोस की जरूर रही, भावें इस सारी घटना तो बाद विच 2 जथेबंदियां सिखां दी मजबूत बन के होंद विच आईयां। श्रोमणी गुरुद्वारा प्रबंधक कमेटी, श्रोमणी अकाली दल जिहड़ा सी, दोनों राजनीतिक ते धार्मिक 2 धड़े बने। एक गुरधामां दी सेवा संभाल करदा रहा ते दूसरा धड़ा जिहड़ा सी उन्हां ने राजनीतिक तौर उत्ते मजबूत किया। पर एक गल अवेसली जरूर हुई, एक विद्वान का वचन है, वो विद्वान सज्जन आखदा है, कहने लगा लम्हों ने खता की सदियों ने सजा पाई। सिखां ने उस साके तो बाद विच कार्रवाई कीती तां जरूर, जदों कार्रवाई कीती, कार्रवाई दे विच ये 8 जाने महंत, इनके 2 चेले ते ओ कुछ बदमाश जिहड़े 5 सन उन्हां नूं नामजद किया गया। इहदे विच जिहड़ा सी 2-3 नूं जिहड़ा सी ओ काले पानी की सज़ा ते 5 नूं फांसी की सज़ा दी गई। इन्हां दे विरुद्ध केस जिहड़े सी हाई कोर्ट दे विच चले, हाई कोर्ट दे विच केस चलदा रहा ते सिख जिहड़े सी ओ होरां वाले पासे ध्यान हो गया, अवेसलापन आ गया। 47 दे विच पंडित जवाहर लाल नेहरू ते महात्मा गांधी ज्ञानी जसविंदर सिंह जी लुधियाना वो दसते ने कि इन्हां ने महंत नूं कैद विचों कढवाया, जिन्हां नूं फांसियां सन उन्हां दियां उम्र कैदां तब्दील कराईयां। महंत दी उम्र कैद सी, इनू जेल दे विचों कढवा दिता गया। सहारनपुर लखीमपुर खीरी यूपी दे इलाके विच इनू जायदाद दी गई ते 47 तो लैके ते 1978 तक महंत उस लखीमपुर खीरी दे इलाके विच जिंदा रहा ते 78 दे विच इस महंत दी मौत हुई है। सतगुरु सच्चे पातशाह महाराज बख्शिश करन, असी इतिहास सिरजदियां होया भी कोई कमी नहीं छड्डी, असी शहीदियां देंदियां होया भी कोई कमी नहीं छड्डी, बस कमी पता कित्थे रह के असी सांभिया बाद विच कुछ नहीं आ। सतगुरु महाराज
सच्चे पातशाह बख्शिश करन कि भावें असी रोजाना अरदास करते हैं कि जिन्ना सिंघां सिंघनियां ने धर्म हेत सीस दिते बंद कटवाए। देखो जो बंद की गल आउंदी आ ते सब तो पहला नाम साडे सामने भाई मनी सिंह जी आ जाता है, पर बाद में भी देखो सिखां ने इन्हां दे शरीर के टुकड़े टुकड़े कर दिते गए, उन्होंने पट्ठियां में सुट दिता गया। हुण देखो बानी आखदी अरदास असी करदे हां ते अरदास करदियां होइयां असी बचन पढ़दे हां जिन्हां खोपरियां लुहाइयां भाई तारू सिंह दा खोपड़ लाया गया पर नाम नहीं लिखिया, गुरुद्वारियां दी सेवा लई कुर्बानियां कीतियां। हुण नाम कल्ले कल्ले दा नहीं, ये लिख दिता कि जदों भी कोई भावें शांतमई ढंग दे नाल जिवें लक्ष्मण सिंह धाड़ोवाल ते 150 सिंह शहीद होए, भावें संत जरनैल सिंह खालसा भिंडरां वाले उन्हां दे नाल सिंह जुझारू तौर ते गुरधामां दी राखी करदे होइयां 84 जून दे विच शहीद होंदे ने। ये अरदास दा दायरा इन्ना वड्डा कर दिता, भावें 100 साल पहलों भावें 1000 साल बाद भी कोई गुरुद्वारे वास्ते कुर्बानी देवे, उनका नाम उनका जिक्र अरदास विच शामिल है। गुरुद्वारियां दी सेवा लई कुर्बानियां कीतियां। और दूसरी गल आखी धर्म नहीं हारिया, सिक्खी केसा स्वासा नाल निभागी, तिन्हां दी कमाई दा ध्यान करके बोलो जी वाहिगुरू। उन्हां नूं याद कीता जांदा है जिहड़े धर्म तो कुर्बान हो जाते हैं। सतगुरु सच्चे पातशाह महाराज बख्शिश रहमत करके आप संगत उपराला करके बैठे हो, उन्हां महान शहीदां नूं भावें अरदास के रूप दे विच याद करदे आ, पर अज 102 साल हो चुके हैं उन्हां दी शहादत नूं ते उन्हां दी शहादत नूं याद करदे आप जी ने महाराज की हजूरी के अंदर उपराला किया। सतगुरु महाराज जी के चरण परसे और सत्कार जो पंथ का महान विद्वान रागी दत्ता सतखंड श्री हरमंदर साहब तो भाई साहब भाई कार सिंह जी को भी विशेष तौर पर पहुंचे ने। सतगुरु महाराज कृपा बहुत है, सतगुरां दी बहुत आनंदमय कीर्तन करते हैं, आप संगत उपराला करते हो। विशेष करके धन्यवाद जरूर करांगा कि विदेशों के बैठे अमेरिका की धरती पर बैठे गुरमुख प्यारे जिन्होंने ये सारा प्रोग्राम उलीकिया है। और नाल ये भी जरूर बेनती करांगा कि देखो कला बंदा कभी कुछ नहीं करता, ये होंदा है मस्कीन साहब आख्या करते कहते सी साथ मिलता गया काफला बनता गया। ये होंदा है कि एक दे नाल दूसरा चले, दूसरे दे नाल तीसरा चले। गुरु ग्रंथ साहब महाराज जी की इस इलाके दे विच बहुत कृपा है। धन गुरु हरगोबिंद साहब महाराज ने इस इलाके दे विच चरण पा के बहुत कृपा की। सतगुरु सच्चे पातशाह महाराज जी की कृपा है। तुहानूं ते सब चाहिए कि कला कला परिवार अगे आके क्या करे कि असीं समागम दे विच आ सेवा करांगे, असीं इस तरह नाल सेवा निभावांगे, मोढे नाल मोढा जोड़ के चलिया करो जिवें वो चारक सिंह सेवा करते आ। बहुत सारे होर गुरमुख प्यारे ते आप भी सब उद्यम करया करो। तुहाडे बच्चे विदेशों में बैठे ने, क्या करो कि समागम करने आ, सारे रल मिल के साथ दिया करो। सच्चे पातशाह महाराज जी की खुशी प्राप्त होवे। भाई नंद लाल साहब वो कहते सी, कहते देखो जिस कोठे नूं परनाला ना होवे, मींह पैंदा रहे तो छत छेती डिग पैंदी आ, परनाला जिहड़ा हुंदा है वाधू पानी थल्ले रोड़ दिंदा है। इस करके उन्हां दे बचन सन कि जेड़ा गुरु घर नूं दसमंध नहीं देंदा, जो बाबे के दाम ना दे हैं उनके गहकर बाबर के ले हैं। फिर असीं हॉस्पिटलों दे विच अदालतां दे विच दुखां दे विच पैसे खर्च लैंदे आ, उनदे नाल चंगा कि असीं गुरु दे घर दे विच दसमंध दे के गुरमत दे कारजां दे विच सहाई होया करिए। सो सतगुरु महाराज बख्शिश कर आप जितनी संगत आई हो, धन गुरु ग्रंथ साहब महाराज कृपा करके सिੱਖੀ सिदक भरोसा नाम की दात मिले, हमेशा तत्पर रहिए, अपने घर के वास्ते अरदास करिए सतगुरु महाराज कृपा करो। भावें असीं आजाद देश में रहने आ पर सानू साडा सुतंत्र घर प्राप्त होवे, असीं आजादी के तौर पर अपने गुरधाम अपने घरां की राखी कर सकीए। धन गुरु ग्रंथ साहब महाराज जी का कोटान कोट शुक्र, सारी संगत का धन्यवाद। NRI वीर जिन्हों ने उपराला किया विशेष तौर पर धन्यवाद। होइयां बेअंत भुलां दी खिमा सत्कारयोग भाई साहब भाई कार सिंह जी उन्होंने हुण आप जी के दर्शन करने ने, होइयां भुलां वास्ते खिमा बख्शनी, आसीस बख्शो। वाहिगुरू